ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੋਂ ਦਾਸ ਨੇ ਆਪ ਜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਸੰਪਾਦਨ ਵਿਸ਼ੇ ਦੀ ਵਿਚਾਰ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਅਸੀਂ ਬੜੀ ਮੁੱਢਲੀ ਜੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੀ ਸਰੂਪ ਦੇ ਬਾਰੇ ਹਾਸਲ ਕਰ ਰਹੇ ਹਾਂ। ਕੱਲ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਦੀ ਤਿਆਰੀ ਰਾਮਸਰ ਸਰੋਵਰ ਦੇ ਨੇੜੇ ਗੁਰੂ ਅਰਜਨ ਪਾਤਸ਼ਾਹ ਨੇ ਸ਼ੁਰੂ ਕਰਾਈ, ਆਪ ਸੰਪਾਦਨ ਕੀਤਾ ਤੇ ਭਾਈ ਗੁਰਦਾਸ ਜੀ ਕੋਲੋਂ ਇਹਦੀ ਲਿਖਾਈ ਕਰਾਉਣੀ ਸ਼ੁਰੂ ਕੀਤੀ। ਹੁਣ ਜਿਸਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋ ਗਿਆ ਤੇ 30 ਅਗਸਤ 1604 ਈਸਵੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਹਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਆ ਜਿਹੜੀਆਂ ਡੇਟਾਂ ਬਦਲਦੀਆਂ ਰਹਿੰਦੀਆਂ ਨੇ, ਇਹ ਕਿਉਂਕਿ ਥਿੱਤਾਂ ਦੇ ਹਿਸਾਬ ਨਾਲ ਮਨਾਉਂਦੇ ਨੇ, ਲੇਕਿਨ ਉਦੋਂ ਜਿਹੜੀ ਸੂਰਜੀ ਕੈਲੰਡਰ ਦੇ ਮੁਤਾਬਕ ਤਰੀਕ ਸੀ, ਉਸ ਵੇਲੇ ਜਿਹੜਾ ਇਹ ਰਾਹ ਚੱਲ ਰਿਹਾ ਸੀ ਉਹਦੇ ਮੁਤਾਬਕ 30 ਅਗਸਤ 1604 ਈਸਵੀ ਸੀ। ਹੁਣ ਇੱਥੇ ਇੱਕ ਬੜੀ ਕਮਾਲ ਦੀ ਚੀਜ਼ ਹੈ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋ ਰਿਹਾ ਤੇ ਨਾਲ ਨਾਲ ਦਰਬਾਰ ਸਾਹਿਬ ਦੀ ਬਿਲਡਿੰਗ ਤਿਆਰ ਹੋ ਰਹੀ ਹੈ, ਔਰ ਦਰਬਾਰ ਸਾਹਿਬ ਦੀ ਬਿਲਡਿੰਗ ਤਿਆਰ ਹੋਣ ਤੇ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਕਰਾਇਆ ਗਿਆ। ਦੁਨੀਆ ਦੇ ਬਹੁਤ ਲੋਕਾਂ ਨੇ ਬੜੇ ਵੱਡੇ ਮਹਿਲ ਬਣਵਾਏ, ਲੇਕਿਨ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਸਤਿਗੁਰੂ ਜੀ ਨੇ ਇੱਕ ਸੁੰਦਰ ਮਹਿਲ ਤਿਆਰ ਕਰਵਾ ਕੇ ਉਹਦੇ ਵਿੱਚ ਆਪਣਾ ਆਸਣ ਨਹੀਂ ਲਾਇਆ ਤੇ ਉੱਥੇ ਗੁਰਬਾਣੀ ਦਾ ਪ੍ਰਕਾਸ਼ ਕੀਤਾ। ਇਸ ਤਰ੍ਹਾਂ ਇੱਕ ਰੂਪ ਦੇ ਵਿੱਚ ਪਹਿਲੇ ਦਿਨ ਤੋਂ ਗੁਰੂ ਪਦਵੀ ਗੁਰਬਾਣੀ ਨੂੰ ਦੇ ਦਿੱਤੀ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਵੀ ਲਿਖ ਦਿੱਤਾ ਸੀ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਉਸੇ ਸਿਧਾਂਤ ਨੂੰ ਅਪਣਾਉਂਦੇ ਹੋਏ ਇੱਕ ਹੋਰ ਬੜੀ ਖਾਸ ਸਾਂਝ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਿਆਰ ਕੀਤੀ ਸਾਰਿਆਂ ਵਾਸਤੇ ਸਾਂਝੀ, ਕਿਉਂਕਿ ਬ੍ਰਾਹਮਣੀ ਵਿਵਸਥਾ ਦੇ ਵਿੱਚ ਗਿਆਨ ਦੇ ਉੱਤੇ ਸਾਰਾ ਹੱਕ ਜਿਹੜਾ ਹੈ ਉਹ ਬ੍ਰਾਹਮਣ ਨੇ ਆਪਣੇ ਏਕਾਧਿਕਾਰ ਬਣਾਇਆ ਹੋਇਆ ਸੀ, ਪਰ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਲਿਖਤਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਇੱਕੋ ਜਿਹਾ ਉਪਦੇਸ਼ ਹੈ, ਇੱਕੋ ਲੈਵਲ ਦਾ ਉਪਦੇਸ਼ ਹੈ। ਬਿਲਕੁਲ ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ 4 ਦਰਵਾਜ਼ੇ ਰਖਾਏ। ਇੱਥੇ ਕਿਸੇ ਕੌਮ ਦਾ ਹੋਵੇ, ਕਿਸੇ ਵਰਗ ਦਾ ਹੋਵੇ, ਕਿਸੇ ਇਲਾਕੇ ਦਾ ਹੋਵੇ, ਸਾਰਿਆਂ ਨੂੰ ਜੀ ਆਇਆਂ। ਇਹ 4 ਦਰਵਾਜ਼ੇ ਉਸ ਦੇ ਪ੍ਰਤੀਕ ਨੇ। ਲੇਕਿਨ ਇੱਥੇ ਇੱਕ ਹੋਰ ਖਾਸ ਗੱਲ ਦੇਖਣ ਵਾਲੀ ਹੈ ਕਿ ਆਉਣ ਦਾ ਰਸਤਾ ਇੱਕੋ ਹੈ, ਦਰਸ਼ਨੀ ਜੋੜੀ ਇੱਕੋ ਹੈ। ਕਿਤੇ ਐਸਾ ਨਾ ਹੋਵੇ ਭਾਰਤੀ ਸਮਾਜ ਦੇ ਵਿੱਚ ਜੋ ਇੱਕ ਪਖੰਡਵਾਦ ਫੈਲਿਆ ਹੋਇਆ, ਉਹਦੇ ਮੁਤਾਬਕ ਕਿਤੇ ਦਰਵਾਜ਼ਿਆਂ ਦੀ ਵੰਡ ਕਰ ਲਈ ਜਾਵੇ ਕਿ ਅਗਲਾ ਦਰਵਾਜ਼ਾ ਬ੍ਰਾਹਮਣ ਵਾਸਤੇ ਹੈ ਤੇ ਸੱਜਾ ਖੱਤਰੀ ਵਾਸਤੇ, ਜੋ ਵੀ ਕੁਝ ਇਹੋ ਜਿਹਾ ਵਿਧੀ ਵਿਧਾਨ ਨਾਲ ਬਣਾ ਲਿਆ ਜਾਵੇ। ਇਸ ਵਾਸਤੇ ਆਉਣ ਦਾ ਰਸਤਾ ਇੱਕ ਹੈ, ਦਰਸ਼ਨੀ ਜੋੜੀ ਇੱਕ ਹੈ, ਇੱਕ ਰਸਤੇ ਤੋਂ ਸਾਰਿਆਂ ਨੇ ਆਉਣਾ। ਸਤਿਕਾਰ ਸਾਰਿਆਂ ਨੂੰ ਹੁੰਦਾ ਹੈ, ਸੱਦਾ ਸਾਰਿਆਂ ਨੂੰ ਹੈ, ਜੀ ਆਇਆਂ ਸਾਰਿਆਂ ਨੂੰ ਹੈ, ਸਾਰੇ ਮਨੁੱਖਤਾ ਦੇ ਵਾਸਤੇ ਬਰਾਬਰੀ ਹੈ। ਔਰ ਇਹ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਬਣਾਇਆ। ਕਾਰਨ ਕੀ? ਹਿੰਦੂ ਤੀਰਥਾਂ ਦੇ ਉੱਤੇ ਇਹ ਵੀ ਵੰਡ ਸੀ ਕਿ ਛੋਟੀ ਜ਼ਾਤ ਵਾਲਾ, ਜਿਹਨੂੰ ਇਹਨਾਂ ਨੇ ਛੋਟੀ ਜ਼ਾਤ ਦਾ ਕਿਹਾ, ਗੁਰਬਾਣੀ ਨਹੀਂ ਮੰਨਦੀ ਕਿਸੇ ਨੂੰ ਛੋਟੀ ਜ਼ਾਤ ਦਾ, ਸਿੱਖ ਨਹੀਂ ਮੰਨਦਾ, ਜਿਨ੍ਹਾਂ ਨੇ ਇਹਨੂੰ ਛੋਟੀ ਜ਼ਾਤ ਦਾ ਗਰਦਾਨਿਆ, ਨੀਚ ਗਰਦਾਨਿਆ, ਉਹ ਹਿੰਦੂ ਤੀਰਥਾਂ ਤੇ ਇਸ਼ਨਾਨ ਨਹੀਂ ਕਰ ਸਕਦਾ। ਇਹ ਵਿਧਾਨ ਅੱਜ ਵੀ ਹੈ। ਇੱਥੋਂ ਤੱਕ ਸੀ ਕਿ ਜੇ ਕੋਈ ਬ੍ਰਾਹਮਣ ਕਿਸੇ ਜਲ ਦੇ ਵਿੱਚ ਨਹਾ ਰਿਹਾ ਤੇ ਦੂਜੇ ਪਾਸੇ ਕੋਈ ਸ਼ੂਦਰ ਪਾਣੀ ਨੂੰ ਹੱਥ ਲਾ ਦੇਵੇ, ਉੱਥੇ ਹਾਥੀ ਧੋ ਲਵੇ ਜਾਂ ਉਹਦੀ ਟੱਚ ਕਰ ਦੇਵੇ ਤੇ ਉਹਨੂੰ ਮਾਰਿਆ ਕੁੱਟਿਆ ਜਾਂਦਾ ਕਿ ਉਹਦਾ ਪਿੱਟਿਆ ਹੋਇਆ ਪਾਣੀ ਜਿਹੜਾ ਅੱਗੇ ਗਿਆ ਤੇ ਬ੍ਰਾਹਮਣ ਨੂੰ ਲੱਗ ਗਿਆ, ਬ੍ਰਾਹਮਣ ਪਿੱਟ ਗਿਆ।
ਸਤਿਗੁਰੂ ਨੇ ਜਿੱਥੇ ਗਿਆਨ ਸਾਰਿਆਂ ਲਈ ਸਾਂਝਾ ਕੀਤਾ, ਉੱਥੇ ਇਹ ਵੀ ਐਲਾਨ ਸੀ ਸਰੋਵਰ ਬਣਾ ਕੇ ਕਿ ਗੁਰੂ ਘਰ ਦੇ ਵਿੱਚ ਸਾਰਿਆਂ ਨੂੰ ਬਰਾਬਰੀ ਹੈ, ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਹੈ। ਇੱਥੇ ਸਾਰੇ ਬਰਾਬਰ ਦਾ ਆ ਕੇ ਇਸ਼ਨਾਨ ਕਰ ਸਕਦੇ ਨੇ, ਕੋਈ ਕਿਸੇ ਨੂੰ ਨੀਵਾਂ ਨਹੀਂ, ਛੋਟਾ ਨਹੀਂ, ਕੋਈ ਕਿਸੇ ਨੂੰ ਮਨਾਹੀ ਨਹੀਂ, ਕੋਈ ਕਿਸੇ ਨੂੰ ਖਾਸ ਸਤਿਕਾਰ ਨਹੀਂ, ਵੀ ਇਹ ਵਿਸ਼ੇਸ਼ ਸਤਿਕਾਰ ਦਿੱਤਾ ਗਿਆ ਕੁਝ ਖਾਸ ਬੰਦਿਆਂ ਨੂੰ। ਇੱਥੇ ਇਹ 4 ਦਰਵਾਜ਼ੇ ਵੀ, ਇਹ ਸਰੋਵਰ ਵੀ ਮਨੁੱਖੀ ਬਰਾਬਰੀ ਦੇ ਸੰਕੇਤਕ ਨੇ, ਔਰ ਗੁਰੂ ਗ੍ਰੰਥ ਸਾਹਿਬ ਜੀ ਤਾਂ ਮਨੁੱਖੀ ਬਰਾਬਰੀ ਦਾ ਹੈ ਹੀ ਹੈ, ਸਾਰੀ ਗੱਲ ਹੀ ਮਨੁੱਖੀ ਬਰਾਬਰੀ ਦੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਕੀਤਾ। ਇਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਸਨ ਦਰਬਾਰ ਸਾਹਿਬ ਦੇ। ਲੇਕਿਨ ਇੱਥੇ ਵੀ 2 ਗੱਲਾਂ ਬੜੀਆਂ ਖਾਸ ਧਿਆਨ ਦੇਣ ਵਾਲੀਆਂ ਨੇ। ਪਹਿਲੀ ਹੈ ਬਾਬਾ ਬੁੱਢਾ ਜੀ ਦੀ ਸ਼ਖਸੀਅਤ। ਬਾਬਾ ਬੁੱਢਾ ਜੀ ਉਹ ਸਿੱਖ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਹੋਈ, ਜਿਨ੍ਹਾਂ ਦੀ ਸਿਆਣਪ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਨਾਂ ਬੁੱਢਾ ਰੱਖਿਆ। ਨਹੀਂ ਤੇ ਬੂੜਾ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੂੰ ਤਾਂ ਬੜੀਆਂ ਸਿਆਣੀਆਂ ਗੱਲਾਂ ਕਰਦਾ ਹੈ, ਬੁੱਢੀਆਂ ਵੱਡੀਆਂ ਗੱਲਾਂ ਕਰਦਾ ਹੈ, ਜਿਵੇਂ ਤਜਰਬੇਦਾਰ ਬੁੱਢੇ ਕਰਦੇ ਨੇ। ਤੇ ਉੱਥੋਂ ਬੁੱਢਾ ਸਾਹਿਬ ਉਹਨਾਂ ਦਾ ਨਾਂ ਪਿਆ। ਉਹਨਾਂ ਦਾ ਸਤਿਕਾਰ ਕਿਤਨਾ ਸੀ ਗੁਰੂ ਘਰ ਦੇ ਵਿੱਚ ਦਾ ਅਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੇ ਧੁਰੋਂ ਗੁਰੂ ਬਣ ਕੇ ਆਏ ਸਨ, ਅਕਾਲ ਪੁਰਖ ਨੇ ਗੁਰੂ ਬਣਾ ਕੇ ਭੇਜੇ ਸਨ। ਅੱਗੋਂ 5 ਗੁਰੂ ਸਾਹਿਬਾਨ ਨੂੰ ਗੁਰਗੱਦੀ ਦੇਣ ਦਾ ਮਾਣ ਭਾਈ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਇਹ ਉਹ ਬਾਬਾ ਬੁੱਢਾ ਜੀ, ਏਡੀ ਵੱਡੀ ਸ਼ਖਸੀਅਤ, ਏਡੀ ਉੱਚੀ ਸੁੱਚੀ ਸ਼ਖਸੀਅਤ, ਏਡੀ ਸਤਿਕਾਰਯੋਗ ਸ਼ਖਸੀਅਤ, ਉਹਨਾਂ ਨੂੰ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਹੋਣ ਦਾ ਮਾਣ ਬਖਸ਼ਿਆ ਗਿਆ। ਇਹ ਦੱਸਣਾ ਇਸ ਵਾਸਤੇ ਜ਼ਰੂਰੀ ਹੈ ਅੱਜ ਅਸੀਂ ਕਿਸ ਕ੍ਰਾਈਟੇਰੀਆ ਦੇ ਨਾਲ ਉੱਥੇ ਗ੍ਰੰਥੀ ਲਾ ਰਹੇ ਹਾਂ, ਇਹ ਆਪ ਸਾਰੇ ਜਾਣਦੇ ਹੋ। ਮੈਂ ਇਹਦੇ ਬਾਰੇ ਐਵੇਂ ਗੰਦ ਨਾ ਫਰੋਲਾਂ। ਔਰ ਜਿਹੜੇ ਕਰਮ ਅਗੋਂ ਕਰ ਰਹੇ ਨੇ ਉਹ ਵੀ ਤਕਰੀਬਨ ਜਗਜ਼ਾਰ ਹੈ। ਦੂਸਰੀ ਖਾਸ ਗੱਲ ਇਹ ਹੈ ਕਿ ਬਾਬਾ ਬੁੱਢਾ ਜੀ ਕੋਈ ਤਨਖਾਹਦਾਰ ਮੁਲਾਜ਼ਮ ਨਹੀਂ ਸਨ। ਕੌਮ ਦੀ ਉਸ ਵੇਲੇ ਦੀ ਸਭ ਤੋਂ ਸਤਿਕਾਰਯੋਗ ਸ਼ਖਸੀਅਤ ਹੋਣ ਦੇ ਕਰਕੇ ਉਹਨਾਂ ਨੂੰ ਇਹ ਮਾਣ ਬਖਸ਼ਿਆ ਗਿਆ ਸੀ। ਇਹ ਤਨਖਾਹਦਾਰ ਮੁਲਾਜ਼ਮਾਂ ਵਾਲਾ ਕੰਮ ਜਿਹੜਾ ਹੈ ਇਹ ਅਸੀਂ ਬਾਅਦ ਦੇ ਵਿੱਚ ਸ਼ੁਰੂ ਕੀਤਾ ਹੈ। ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਇਹ ਸਾਰਾ ਸਿਲਸਿਲਾ ਜਿਹੜਾ ਸ਼ੁਰੂ ਹੋਇਆ। ਮੈਂ ਸਮਝ ਸਕਣਾ ਕਿ ਇਹ ਹਾਲਾਤ ਦੀ ਮਜਬੂਰੀ ਹੈ, ਲੇਕਿਨ ਘੱਟੋ ਘੱਟ ਸਾਨੂੰ ਸ਼ਖਸੀਅਤ ਵੱਲ ਤਾਂ ਧਿਆਨ ਦੇਣਾ ਹੀ ਪਏਗਾ ਨਾ, ਕਿ ਸ਼ਖਸੀਅਤ ਕਿਸ ਪੱਧਰ ਦੀ ਹੈ। ਇੱਕ ਆਖਰੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੀੜੇ ਤੇ ਕਰਕੇ, ਤਖਤ ਤੇ ਕਰਕੇ ਸਤਿਗੁਰੂ ਆਪ ਪੁੰਜੇ ਬੈਠੇ ਨੇ। ਕੁਝ ਇਤਿਹਾਸਕਾਰ ਤੇ ਐਸਾ ਵੀ ਲਿਖਦੇ ਨੇ ਕਿ ਜਦੋਂ ਸੁਖਾਸਨ ਕੀਤਾ ਜਾਂਦਾ ਸੀ ਉਦੋਂ ਸਤਿਗੁਰੂ ਨਾਲ ਚੱਦਰ ਵਿਛਾ ਕੇ ਉੱਤੇ ਲੇਟਦੇ ਸਨ। ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਦਾ ਸਤਿਕਾਰ ਸਤਿਗੁਰੂ ਨੇ ਜੀਂਦੇ ਜੀ ਆਪਣੇ ਇਹ ਕੀਤਾ ਕਿ ਤਖਤ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰਕੇ ਆਪ ਪੁੰਜੇ ਬੈਠੇ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਵੇਂ ਕਰ ਰਹੇ ਹਾਂ, ਕਿਤਨਾ ਕਰ ਰਹੇ ਹਾਂ, ਇਹ ਸਾਨੂੰ ਝਾਤੀ ਮਾਰਨ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ। ਆਪਾਂ ਸਾਰੇ ਵਿਸ਼ੇ ਨੂੰ ਵਿਚਾਰਾਂਗੇ, ਸਹਿਜੇ ਸਹਿਜੇ ਵਿਚਾਰਾਂਗੇ, ਇੱਕ ਇੱਕ ਭਾਗ ਦੇ ਤੌਰ ਤੇ ਵਿਚਾਰਾਂਗੇ। ਅੱਜ ਬਸ ਇਤਨਾ ਇੱਕ ਬਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।